ਪਿਆਰੇ ਬੱਚਿਓ, ਸਤਿ ਸ਼੍ਰੀ ਅਕਾਲ। ਈਜ਼ੀ ਲਰਨਿੰਗ ਪੰਜਾਬੀ ਕਲਾਸਿਸ ਵਿੱਚ ਨੀਲਮ ਰੇਜਾ ਵੱਲੋਂ ਤੁਹਾਡਾ ਸਵਾਗਤ ਹੈ। ਬੱਚਿਓ, ਅੱਜ ਆਪਾਂ ਇਸ ਵੀਡੀਓ ਦੇ ਵਿੱਚ 9ਵੀਂ ਜਮਾਤ ਦੀ ਪੰਜਾਬੀ ਦੀ ਪਾਠ ਪੁਸਤਕ ਵੰਨਗੀ ਵਿੱਚੋਂ ਇਕਾਂਗੀ ਭਾਗ ਦਾ ਪਹਿਲਾ ਪਾਠ ਮੌਨਧਾਰੀ, ਜਿਹੜੀ ਕਿ ਈਸ਼ਵਰ ਚੰਦਰ ਜੀ ਵੱਲੋਂ ਲਿਖੀ ਗਈ ਹੈ। ਇਸ ਪਾਠ ਨੂੰ ਯਾਨੀ ਕਿ ਇਸ ਇਕਾਂਗੀ ਨੂੰ ਵਿਸਥਾਰ ਵਿੱਚ ਪੜ੍ਹਨ ਤੋਂ ਪਹਿਲਾਂ ਆਪਾਂ ਲੇਖਕ ਬਾਰੇ ਜਾਣ ਪਛਾਣ ਕਰਾਂਗੇ। ਪ੍ਰੋਫੈਸਰ ਈਸ਼ਵਰ ਚੰਦ ਨੰਦਾ ਦਾ ਜਨਮ 30 ਸਤੰਬਰ 1892 ਈਸਵੀ ਨੂੰ ਪਿੰਡ ਗਾਂਧੀਆਂ ਪਨਿਆੜ, ਜ਼ਿਲ੍ਹਾ ਗੁਰਦਾਸਪੁਰ ਵਿੱਚ ਸ਼੍ਰੀ ਦੀਵਾਨ ਭਾਗਮਲ ਨੰਦਾ ਅਤੇ ਮਾਤਾ ਸ਼੍ਰੀਮਤੀ ਆਤਮਾ ਦੇਵੀ ਜੀ ਦੇ ਘਰ ਹੋਇਆ। ਇਹਨਾਂ ਨੇ MA ਅੰਗਰੇਜ਼ੀ ਪੰਜਾਬ ਯੂਨੀਵਰਸਿਟੀ ਲਾਹੌਰ ਤੋਂ ਕੀਤੀ। ਜਿਹੜੀ ਹਾਇਰ ਐਜੂਕੇਸ਼ਨ ਸੀ ਯਾਨੀ ਕਿ ਉਚੇਰੀ ਵਿੱਦਿਆ ਜਿਹੜੀ ਸੀ ਇਹਨਾਂ ਨੇ ਆਪ ਵਿਲਾਇਤ ਯਾਨੀ ਕਿ ਫੋਰਨ ਦੇ ਵਿੱਚ ਕੀਤੀ। ਆਪ ਨੇ ਦਿਆਲ ਸਿੰਘ ਕਾਲਜ ਲਾਹੌਰ ਵਿਖੇ ਅੰਗਰੇਜ਼ੀ ਦੇ ਪ੍ਰੋਫੈਸਰ ਦੇ ਤੌਰ 'ਤੇ ਅਤੇ ਰੋਹਤਕ ਵਿਖੇ ਬਤੌਰ ਪ੍ਰਿੰਸੀਪਲ ਸੇਵਾ ਨਿਭਾਈ। 1913 ਈਸਵੀ ਦੇ ਵਿੱਚ ਸ਼੍ਰੀਮਤੀ ਨੋਰਾ ਰਿਚਰਡ ਵੱਲੋਂ ਦਿਆਲ ਸਿੰਘ ਕਾਲਜ ਲਾਹੌਰ ਵਿਖੇ ਆਯੋਜਿਤ ਖੇਤਰੀ ਭਾਸ਼ਾਵਾਂ ਦੇ ਨਾਟਕਾਂ ਦੀ ਪ੍ਰਤੀਯੋਗਤਾ ਵਿੱਚ ਨੰਦਾ ਦਾ ਲਿਆਏ ਦੁਲਹਨ ਉਹਨਾਂ ਵੱਲੋਂ ਜਿਹੜਾ ਲਿਖਿਆ ਗਿਆ ਸੀਗਾ ਨਾਟਕ ਪਹਿਲੇ ਸਥਾਨ 'ਤੇ ਰਿਹਾ। ਉਹਨਾਂ ਨੇ ਸ਼ੇਕਸਪੀਅਰ ਦੇ ਨਾਟਕ ਜਿਨਸ ਆਫ ਵੀਨਸ ਦਾ ਪੰਜਾਬੀ ਅਨੁਵਾਦ ਵੀ ਕੀਤਾ। ਈਸ਼ਵਰ ਚੰਦਰ ਨੰਦਾ ਨੇ ਵਰ ਘਰ, ਸ਼ਾਮੂ ਸ਼ਾਹ, ਸੋਸ਼ਲ ਸਰਕਲ, ਲਿਸ਼ਕਾਰੇ, ਚਮਕਾਰੇ, ਸੁਭਦਰਾ, ਬੇਬੇ ਰਾਮ ਭਜਨੀ, ਮਾਂ ਦਾ ਡਿਪਟੀ ਆਦਿ ਕਈ ਰਚਨਾਵਾਂ ਪਾਠਕਾਂ ਦੀ ਝੋਲੀ ਪਾਈਆਂ। ਨੰਦਾ ਜੀ ਸਫਲ ਨਾਟਕਾਰ ਵੀ ਹੋਏ। ਹੁਣ ਆਪਾਂ ਈਸ਼ਵਰ ਚੰਦਰ ਨੰਦਾ ਜੀ ਵੱਲੋਂ ਲਿਖੀ ਗਈ ਇਕਾਂਗੀ ਮੌਨਧਾਰੀ ਨੂੰ ਦਾ ਸਾਰ ਜਿਹੜਾ ਹੈ ਉਸ ਨੂੰ ਕਰਾਂਗੇ, ਕਿਉਂਕਿ ਇਕਾਂਗੀ ਜਿਹੜੀ ਹੈ ਉਹ ਵਾਰਤਾਲਾਪ ਦੁਆਰਾ ਕੀਤੀ ਜਾਂਦੀ ਹੈ। ਉਸ ਨੂੰ ਕਰਨਾ ਥੋੜ੍ਹਾ ਜਿਹਾ ਮੁਸ਼ਕਿਲ ਹੋ ਜਾਂਦਾ ਹੈ। ਇਸ ਕਰਕੇ ਮੈਂ ਤੁਹਾਨੂੰ ਇਸ ਦਾ ਸਾਰ ਆਪਣੇ ਸ਼ਬਦਾਂ ਦੇ ਵਿੱਚ ਦੱਸ ਰਹੀ ਹਾਂ ਕਿ ਇਸ ਕਹਾਣੀ ਦੇ ਵਿੱਚ ਕੀ ਕੀ ਹੈ। ਮੌਨਧਾਰੀ ਇਕਾਂਗੀ ਪੰਜਾਬੀ ਇਕਾਂਗੀ ਦੇ ਪਿਤਾਮਾ ਈਸ਼ਵਰ ਚੰਦਰ ਨੰਦਾ ਦੁਆਰਾ ਲਿਖੀ ਹੋਈ ਹੈ। ਇਸ ਇਕਾਂਗੀ ਵਿੱਚ ਉਸਨੇ ਤਤਕਾਲੀ ਸਮਾਜ ਦੀ ਯਥਾਰਥਵਾਦੀ ਪੇਸ਼ਕਾਰੀ ਨੂੰ ਬਹੁਤ ਹੀ ਵਧੀਆ ਢੰਗ ਨਾਲ ਪੇਸ਼ ਕੀਤਾ ਹੈ। ਸਮਾਜਿਕ ਰਿਸ਼ਤਿਆਂ ਨੂੰ ਵੀ ਬਿਨਾਂ ਕਿਸੇ ਫਰੇਬ ਦੇ ਉਹਨਾਂ ਨੇ ਆਪਣੀ ਇਸ ਇਕਾਂਗੀ ਵਿੱਚ ਪੇਸ਼ ਕੀਤਾ ਹੈ। ਇਕਾਂਗੀ ਦੇ ਸ਼ੁਰੂ ਵਿੱਚ ਇੱਕ ਅਧਖੜ ਉਮਰ ਦੀ ਤੀਵੀਂ ਰਾਮ ਪਿਆਰੀ ਸਬਜ਼ੀ ਚੀਰਦੀ ਹੈ। ਅਧਖੜ ਮਤਲਬ ਜਿਹਦੀ ਏਜ 40-50 ਸਾਲ ਦੇ ਵਿਚਕਾਰ ਹੋਵੇ, ਉਸਨੂੰ ਅਧਖੜ ਉਮਰ ਦੀ ਕਿਹਾ ਜਾਂਦਾ ਹੈ। ਅਤੇ ਉਸਦਾ ਪਤੀ ਹਰੀ ਚੰਦ ਹੱਥ ਵਿੱਚ ਦਵਾਈ ਵਾਲੀ ਸ਼ੀਸ਼ੀ ਫੜੀ ਖੰਘਦਾ ਹੋਇਆ ਘਰੋਂ ਬਾਹਰ ਨਿਕਲਣ ਲੱਗਦਾ ਹੈ ਤਾਂ ਪਿੱਛੋਂ ਰਾਮ ਪਿਆਰੀ ਉਸ ਨੂੰ ਬਾਹਰ ਜਾਣ ਦਾ ਕਾਰਨ ਪੁੱਛਦੀ ਹੈ। ਹਰੀ ਚੰਦ ਉਸ ਨੂੰ ਖਿੱਝ ਕੇ ਕਹਿੰਦਾ ਹੈ ਕਿ ਉਹ ਡਾਕਟਰ ਕੋਲ ਦਵਾਈ ਲੈਣ ਚੱਲਾ ਹੈ। ਥੋੜ੍ਹੀ ਦੇਰ ਬਾਅਦ ਇੱਕ ਕੁਲੀ ਨਿੱਕੀ ਜਿਹੀ ਟਰੰਕੀ ਬਰਾਂਡੇ ਵਿੱਚ ਲਿਆ ਕੇ ਰੱਖਦਾ ਹੈ। ਰਾਮ ਪਿਆਰੀ ਦਾ ਭਾਂਜਾ ਮਦਨ ਲਾਲ ਥੋੜ੍ਹੇ ਵਿਗੜੇ ਹੋਏ ਹੁਲੀਏ ਵਿੱਚ ਅੰਦਰ ਆਉਂਦਾ ਹੈ। ਪੱਗ ਦੇ ਹੇਠਾਂ ਉਸਨੇ ਪੱਟੀ ਬੰਨ੍ਹੀ ਹੋਈ ਹੈ। ਪਹਿਲਾਂ ਤਾਂ ਰਾਮ ਪਿਆਰੀ ਮਦਨ ਲਾਲ ਨੂੰ ਪਛਾਣਦੀ ਹੀ ਨਹੀਂ, ਪਰ ਉਸ ਵੱਲ ਗੌਰ ਨਾਲ ਤੱਕਣ ਤੋਂ ਯਾਨੀ ਕਿ ਗੌਰ ਨਾਲ ਜਦੋਂ ਉਹਨੂੰ ਦੇਖਦੀ ਹੈ ਤਾਂ ਉਸਨੂੰ ਪਤਾ ਲੱਗਦਾ ਹੈ ਕਿ ਫਿਕਰ ਅਤੇ ਚਿੰਤਾ ਦਾ ਮਾਰਿਆ ਹੋਇਆ ਉਹ ਉਸਦਾ ਭਾਂਜਾ ਹੀ ਹੈ। ਮਦਨ ਗੱਲਾਂ ਵਿੱਚ ਰਾਮ ਪਿਆਰੀ ਨੂੰ ਦੱਸਦਾ ਹੈ ਕਿ ਉਸਨੂੰ 3-4 ਮਹੀਨੇ ਹੋ ਚੱਲੇ ਹਨ ਘਰੋਂ ਨਿਕਲੇ ਨੂੰ। ਉਹ ਕਹਿੰਦਾ ਹੈ ਕਿ ਉਸਨੇ ਕੋਈ ਚੰਗੀ ਜਾਂ ਗਬਨ ਨਹੀਂ ਕੀਤਾ, ਯਾਨੀ ਕਿ ਉਸਨੇ ਕੋਈ ਚੋਰੀ ਨਹੀਂ ਕੀਤੀ ਜਾਂ ਕੋਈ ਗਬਨ ਨਹੀਂ ਕੀਤਾ, ਪਰ ਪੁਲਿਸ ਜਿਹੜੀ ਹੈ ਉਸ ਦੇ ਮਗਰ ਲੱਗੀ ਹੋਈ ਹੈ, ਕਿਉਂਕਿ ਉਸਦੇ ਨਾਲ ਵਾਲਾ ਜਿਹੜਾ ਕਲਰਕ ਸੀਗਾ ਭੂਸ਼ਣ, ਜਿਸ ਦਾ ਨਾਂ ਕਿ ਭੂਸ਼ਣ ਸੀ, ਅਤੇ ਉਹ ਇੱਕੋ ਹੀ ਦਫ਼ਤਰ ਦੇ ਵਿੱਚ ਨੌਕਰੀ ਕਰਦੇ ਸੀ। ਉਸਨੇ ਅਤੇ ਭੂਸ਼ਣ ਨੇ ਇਕੱਠਿਆਂ ਸਕੀਮ ਬਣਾਈ ਕਿ ਉਹ ਦਫ਼ਤਰ ਦਾ 48,000 ਰੁਪਇਆ ਅੱਧੋ ਅੱਧ ਵੰਡ ਲੈਣਗੇ। ਭੂਸ਼ਣ 48,000 ਰੁਪਏ ਨਾਲ ਫੜਿਆ ਗਿਆ। ਉਸਨੇ ਪੁਲਿਸ ਨੂੰ ਦੱਸਿਆ ਕਿ ਰੁਪਇਆ ਮਦਨ ਲਾਲ ਕੋਲ ਹੈ, ਇਸ ਲਈ ਪੁਲਿਸ ਉਸ ਦੇ ਮਗਰ ਲੱਗੀ ਹੋਈ ਹੈ ਉਸਨੂੰ ਫੜਨ ਲਈ। ਮਦਨ ਲਾਲ ਪੁਲਿਸ ਦੀ ਮਾਰ ਤੋਂ ਵੀ ਡਰਦਾ ਹੈ, ਪਰ ਰਾਮ ਪਿਆਰੀ ਉਸਨੂੰ ਹੌਸਲਾ ਦਿੰਦੀ ਹੈ। ਥੋੜ੍ਹੀ ਦੇਰ ਬਾਅਦ ਹਰੀ ਚੰਦ ਵਾਪਸ ਘਰ ਪਰਤਦਾ ਹੈ। ਰਾਮ ਪਿਆਰੀ ਹਰੀ ਚੰਦ ਨੂੰ ਮਦਨ ਲਾਲ ਦੀ ਸਾਰੀ ਕਹਾਣੀ ਦੱਸਦੀ ਹੈ, ਜਿਸ 'ਤੇ ਉਹ ਰਾਮ ਪਿਆਰੀ ਨੂੰ ਗੁੱਸੇ ਹੁੰਦਾ ਹੈ ਅਤੇ ਕਹਿੰਦਾ ਹੈ ਕਿ ਇਸ ਨੂੰ ਸਵੇਰੇ ਹੀ ਕਿਤੇ ਹੋਰ ਭੇਜ ਦੇਵੋ। ਉਹ ਪੁਲਿਸ ਦੇ ਚੱਕਰ ਵਿੱਚ ਨਹੀਂ ਪੈਣਾ ਚਾਹੁੰਦਾ। ਅਜੇ ਰਾਮ ਪਿਆਰੀ ਅਤੇ ਹਰੀ ਚੰਦ ਗੱਲਾਂ ਕਰਦੇ ਹਟਦੇ ਹੀ ਹਨ ਕਿ ਇੱਕ ਸਾਧੂ ਅਤੇ ਮੌਨਧਾਰੀ ਰਾਮ ਪਿਆਰੀ ਦੇ ਦਰਵਾਜ਼ੇ ਉੱਪਰ ਆਵਾਜ਼ ਦਿੰਦੇ ਹਨ। ਰਾਮ ਪਿਆਰੀ ਉਹਨਾਂ ਨੂੰ ਅੰਦਰ ਆਉਣ ਲਈ ਕਹਿ ਕੇ ਮੰਜੇ ਉੱਪਰ ਖੇਸ ਵਿਛਾ ਦਿੰਦੀ ਹੈ, ਪਰ ਮੌਨਧਾਰੀ ਇਸ਼ਾਰੇ ਨਾਲ ਨਾ ਕਰ ਦਿੰਦਾ ਹੈ ਅਤੇ ਸਾਧੂ ਦੱਸਦਾ ਹੈ ਕਿ
ਮੌਨ ਵਰਤ ਰੱਖ ਕੇ ਮਹਾਤਮਾ ਧਰਤੀ 'ਤੇ ਬੈਠਦੇ ਹਨ, ਜਦ ਕਿ ਸਾਧੂ ਉਸ ਦੇ ਚਰਨਾਂ ਵਿੱਚ ਹੀ ਬੈਠ ਜਾਂਦਾ ਹੈ। ਰਾਮ ਪਿਆਰੀ ਉਹਨਾਂ ਨੂੰ ਭੋਜਨ ਕਰਨ ਲਈ ਕਹਿੰਦੀ ਹੈ, ਪਰ ਸਾਧੂ ਕਹਿੰਦਾ ਹੈ ਕਿ ਉਹਨਾਂ ਨੇ ਭੋਜਨ ਨਹੀਂ ਕਰਨਾ, ਕਿਉਂਕਿ ਮੌਨਧਾਰੀ ਨੂੰ ਇੱਕ ਮਾਈ ਨੇ ਦੁੱਧ ਪਿਲਾ ਦਿੱਤਾ ਹੈ। ਰਾਮ ਪਿਆਰੀ ਅੰਦਰੋਂ ਫਲ ਲਿਆ ਕੇ ਸਾਧੂ ਮੋਹਰੇ ਰੱਖਦੀ ਹੈ। ਮੋਹਰੇ ਮਤਲਬ ਅੱਗੇ ਰੱਖ ਦਿੰਦੀ ਹੈ। ਸਾਧੂ ਰਾਮ ਪਿਆਰੀ ਨੂੰ ਕਹਿੰਦਾ ਹੈ ਕਿ ਉਹ ਉਸਦੇ ਘਰ ਉਸਦੇ ਪਤੀ ਦੇ ਦੁੱਖ ਦਰਿੱਦਰ ਦੂਰ ਕਰਨ ਲਈ ਆਏ ਹਨ। ਰਾਮ ਪਿਆਰੀ ਆਪਣੇ ਸਰੀਰਕ ਦੁੱਖ ਦਾ ਹਾਲ ਦੱਸਦੀ ਹੈ ਔਰ ਕਹਿੰਦੀ ਹੈ ਕਿ ਉਸਦੀ ਸਿਹਤ ਕਮਜ਼ੋਰ ਹੋ ਗਈ ਹੈ। ਥੋੜ੍ਹੀ ਦੇਰ ਬਾਅਦ ਹੀ ਹਰੀ ਚੰਦ ਵੀ ਅੰਦਰੋਂ ਬਾਹਰ ਆ ਜਾਂਦਾ ਹੈ ਅਤੇ ਰਾਮ ਪਿਆਰੀ ਨਾਲ ਮਜ਼ਾਕ ਵਿੱਚ ਗੱਲਾਂ ਕਰਦਾ ਹੈ। ਹਰੀ ਚੰਦ ਦੇ ਕਹਿਣ 'ਤੇ ਰਾਮ ਪਿਆਰੀ ਚਾਹ ਬਣਾਉਣ ਲਈ ਚਲੀ ਜਾਂਦੀ ਹੈ। ਸਾਧੂ ਅਤੇ ਹਰੀ ਚੰਦ ਇੱਕ ਦੂਸਰੇ ਨਾਲ ਮਜ਼ਾਕ ਵਿੱਚ ਗੱਲਾਂ ਕਰਦੇ ਹਨ। ਸਾਧੂ ਹਰੀ ਚੰਦ ਨੂੰ ਦੇਸੀ ਦਵਾਈ ਖਾਣ ਲਈ ਕਹਿੰਦਾ ਹੈ, ਕਿਉਂਕਿ ਉਸ ਦੇ ਅਨੁਸਾਰ ਵਲਾਇਤੀ ਦਵਾਈ ਗਰਮ ਅਤੇ ਖੁਸ਼ਕ ਹੁੰਦੀ ਹੈ। ਉਹ ਹਰੀ ਚੰਦ ਨੂੰ ਇੱਕ ਦਵਾਈ ਦੇਣ ਲਈ ਕਹਿੰਦਾ ਹੈ ਕਿ ਜਿਸ ਨਾਲ ਉਸ ਦਾ ਸਰੀਰ ਅਤੇ ਚਿਹਰਾ ਚਮਕ ਉੱਠਣ ਦਾ ਦਾਅਵਾ ਕਰਦਾ ਹੈ। ਹਰੀ ਚੰਦ ਦਾ ਪੁੱਤਰ ਕਿਸ਼ੋਰ ਜਦੋਂ ਬਾਈਸਿਕਲ ਦੇ ਘਰ ਵੜਦਾ ਹੈ ਤਾਂ ਉਹ ਸਾਧੂਆਂ ਨੂੰ ਦੇਖ ਕੇ ਅਤੇ ਦਾਨ ਪੁੰਨ ਵਾਲੀ ਗੱਲ ਸੁਣ ਕੇ ਭੜਕ ਉੱਠਦਾ ਹੈ ਅਤੇ ਆਪਣੇ ਪਿਤਾ ਅਤੇ ਮਾਤਾ ਨੂੰ ਖਿੱਝ ਕੇ ਸਮਝਾਉਂਦਾ ਹੈ ਕਿ ਉਹਨਾਂ ਨੂੰ ਕਿੰਨੀ ਵਾਰੀ ਕਿਹਾ ਹੈ ਕਿ ਪਖੰਡੀ ਸਾਧੂਆਂ ਨੂੰ ਮੂੰਹ ਨਾ ਲਾਇਆ ਕਰਨ। ਉਹ ਦਬਕੇ ਮਾਰ ਕੇ ਸਾਧੂਆਂ ਨੂੰ ਬਾਹਰ ਜਾਣ ਲਈ ਕਹਿੰਦਾ ਹੈ, ਜਦ ਕਿ ਹਰੀ ਚੰਦ ਅਤੇ ਰਾਮ ਪਿਆਰੀ ਸਾਧੂਆਂ ਨੂੰ ਭੋਜਨ ਕਰਕੇ ਜਾਣ ਲਈ ਜ਼ੋਰ ਪਾਉਂਦੇ ਹਨ। ਮੌਨਧਾਰੀ ਦੇ ਇਸ਼ਾਰੇ 'ਤੇ ਸਾਧੂ ਹਰੀ ਚੰਦ ਨੂੰ ਕਹਿੰਦਾ ਹੈ ਕਿ ਉਸਦੇ ਘਰ ਵਿੱਚ ਕੋਈ ਬਹੁਤ ਦੁਖੀ ਹੈ। ਇਸ ਦੇ ਜਵਾਬ ਵਿੱਚ ਕਿਸ਼ੋਰ ਉਹਨਾਂ ਨੂੰ ਜਲਦੀ ਨਾਲ ਘਰੋਂ ਨਿਕਲਣ ਲਈ ਕਹਿੰਦਾ ਹੈ। ਰਾਮ ਪਿਆਰੀ ਦੇ ਕਹਿਣ 'ਤੇ ਸਾਧੂਆਂ ਦੀਆਂ ਗੱਲਾਂ ਤੋਂ ਪ੍ਰਭਾਵਿਤ ਹੋ ਕੇ ਮਦਨ ਲਾਲ ਵੀ ਅੰਦਰੋਂ ਨਿਕਲਦਾ ਹੈ। ਉਸ ਦੇ ਮੱਥੇ ਉੱਪਰ ਪੱਟੀ ਦਿਸਦੀ ਹੈ। ਕਿਸ਼ੋਰ ਮਦਨ ਨੂੰ ਦੇਖ ਕੇ ਹੈਰਾਨ ਹੁੰਦਾ ਹੈ। ਸਾਧੂ ਦੁਆਰਾ ਮਦਨ ਨੂੰ ਦੁਖੀ ਦੱਸਣ 'ਤੇ ਕਿਸ਼ੋਰ ਕਹਿੰਦਾ ਹੈ ਕਿ ਇਹਨਾਂ ਸਾਧੂਆਂ ਨੇ ਪਖੰਡ ਰਚਿਆ ਹੋਇਆ ਹੈ। ਇਹ ਦੋ ਚਾਰ ਦੋਹੇ ਰੱਟ ਕੇ ਲੋਕਾਂ ਨੂੰ ਠੱਗਦੇ ਫਿਰਦੇ ਹਨ। ਕਿਸ਼ੋਰ ਆਪਣੇ ਪਿਤਾ ਹਰੀ ਚੰਦ ਨੂੰ ਅਖਬਾਰ ਦਿਖਾਉਂਦਾ ਦੱਸਦਾ ਹੈ ਕਿ ਜੇਲ੍ਹ ਵਿੱਚੋਂ 2 ਹਵਾਲਾਤੀ ਫਰਾਰ ਹੋਏ ਹਨ, ਜਿਨ੍ਹਾਂ ਵਿੱਚੋਂ ਇੱਕ ਦਾ ਚਿਹਰਾ ਉਹਨਾਂ ਨਾਲ ਮਿਲਦਾ ਹੈ। ਸਾਧੂ ਮਦਨ ਨੂੰ ਦੱਸਦਾ ਹੈ ਕਿ ਉਸਦੇ ਸਿਰ 'ਤੇ 32ਵੇਂ ਸਾਲ ਵਿੱਚ ਸੱਟ ਲੱਗਣੀ ਚਾਹੀਦੀ ਸੀ ਅਤੇ ਹੁਣ ਉਸਦਾ ਦੁੱਖ ਦੂਰ ਹੋਣ ਵਾਲਾ ਹੈ। ਕਿਸ਼ੋਰ ਅਖਬਾਰ ਪੜ੍ਹ ਕੇ ਹਵਾਲਾਤੀਆਂ ਦੇ ਸ਼ਨਾਖਤੀ ਚਿੰਨ੍ਹਾਂ ਮੁਤਾਬਕ ਉਹਨਾਂ ਨੂੰ ਦੇਖਣ ਦੀ ਕੋਸ਼ਿਸ਼ ਕਰਦਾ ਹੈ, ਜਿਸ ਤੋਂ ਰਾਮ ਪਿਆਰੀ ਅਤੇ ਹਰੀ ਚੰਦ ਉਸ ਨੂੰ ਕੀ ਹੁੰਦੇ ਹਨ, ਗੁੱਸਾ ਹੁੰਦੇ ਹਨ। ਸਾਧੂ ਵੀ ਆਪਣੀ ਬੇਇੱਜ਼ਤੀ ਮਹਿਸੂਸ ਕਰਦੇ ਹਨ। ਕਿਸ਼ੋਰ ਉਹਨਾਂ ਸਾਧੂਆਂ ਨੂੰ ਪੁਲਿਸ ਕੋਲ ਫੜਾਉਣ ਲਈ ਘਰੋਂ ਬਾਹਰ ਨਿਕਲਣ ਲੱਗਦਾ ਹੈ ਤਾਂ ਹਰੀ ਚੰਦ ਉਸ ਨੂੰ ਜੱਫਾ ਪਾ ਲੈਂਦਾ ਹੈ। ਉਹ ਕਹਿੰਦਾ ਹੈ ਕਿ ਉਸ ਦੇ ਘਰ ਪੁਲਿਸ ਨਹੀਂ ਆਏਗੀ। ਮਦਨ ਘਬਰਾ ਕੇ ਬਾਹਰ ਦੌੜੇ ਜਾਂਦਾ ਕਿਸ਼ੋਰ ਨੂੰ ਰੋਕਦਾ ਹੈ, ਪਰ ਕਿਸ਼ੋਰ ਬਾਹਰ ਨੂੰ ਦੌੜ ਜਾਂਦਾ ਹੈ। ਮਦਨ ਜਦੋਂ ਰਾਮ ਪਿਆਰੀ ਅਤੇ ਹਰੀ ਚੰਦ ਨੂੰ ਕਹਿੰਦਾ ਹੈ ਕਿ ਉਹ ਚੱਲਾ ਹੈ ਤਾਂ ਸਾਧੂ ਮਦਨ ਨੂੰ ਜ਼ੋਰ ਨਾਲ ਫੜ ਲੈਂਦਾ ਹੈ। ਉਹ ਉਸਦੇ ਮੱਥੇ ਉੱਤੇ ਪੱਟੀ ਖੋਲ੍ਹ ਕੇ ਉਸਦੇ ਸ਼ਨਾਖਤੀ ਦਾਗ ਨੂੰ ਪਛਾਣ ਲੈਂਦਾ ਹੈ। ਸਾਧੂ ਮੌਨਧਾਰੀ ਬਣੇ ਇੰਸਪੈਕਟਰ ਨੂੰ ਦਾਗ ਦਿਖਾਉਂਦਾ ਹੈ, ਜਿਸ 'ਤੇ ਮੌਨਧਾਰੀ ਬਣਿਆ ਇੰਸਪੈਕਟਰ ਦੀਪ ਚੰਦ ਆਪਣੇ ਝੋਲੇ ਵਿੱਚੋਂ ਰਿਵਾਲਵਰ ਮਦਨ ਉੱਤੇ ਤਾਣ ਦਿੰਦਾ ਹੈ। ਅਸਲ ਵਿੱਚ ਸਾਧੂ ਅਤੇ ਮੌਨਧਾਰੀ ਪੁਲਿਸ ਮੁਲਾਜ਼ਮ ਹੁੰਦੇ ਹਨ ਜੋ ਗਬਨਕਾਰੀ ਮਦਨ ਨੂੰ ਗ੍ਰਿਫਤਾਰ ਕਰਨ ਲਈ ਇਹ ਸਾਰਾ ਨਾਟਕ ਕਰਦੇ ਹਨ। ਇਸ ਪ੍ਰਕਾਰ ਇਸ ਇਕਾਂਗੀ ਵਿੱਚ ਇਕਾਂਗੀਕਾਰ ਨੇ ਵਹਿਮਾਂ ਭਰਮਾਂ ਪ੍ਰਤੀ ਚੇਤਨਤਾ, ਭ੍ਰਿਸ਼ਟ ਲੋਕਾਂ ਦਾ ਕਿਰਦਾਰ ਅਤੇ ਪੁਲਿਸ ਦੀ ਵਧੀਆ ਕਾਰਗੁਜ਼ਾਰੀ ਨੂੰ ਪੇਸ਼ ਕੀਤਾ ਹੈ। ਹੁਣ ਅਸੀਂ ਪਾਠ ਨਾਲ ਸੰਬੰਧਿਤ ਪ੍ਰਸ਼ਨ ਉੱਤਰ ਕਰਾਂਗੇ। ਹੇਠਾਂ ਦਿੱਤੀਆਂ ਵਾਰਤਾਲਾਪ ਨੂੰ ਪੜ੍ਹ ਕੇ ਦਿੱਤੇ ਪ੍ਰਸ਼ਨਾਂ ਦੇ ਉੱਤਰ ਦਿਓ। ਸੁੱਖੀ ਸਾਂਦੀ ਮਰਨ ਤੇਰੇ ਵੈਰੀ, ਇੱਥੇ ਪੁਲਿਸ ਨਹੀਂ ਆ ਸਕਦੀ, ਘਬਰਾ ਨਾ, ਚੱਲ ਅੰਦਰ, ਹੱਥ ਮੂੰਹ ਧੋ ਲੈ ਤੇ ਤੇਰਾ ਹਵੀਰਾ ਦਫ਼ਤਰੋਂ ਆਉਂਦਾ ਹੈ ਤਾਂ ਤੁਹਾਨੂੰ ਚਾਹ ਬਣਾ ਕੇ ਦੇਨੀ ਆ। ਇਹ 17 ਮਤਲਬ ਲਾਈਨਾਂ। ਇਹ ਲਾਈਨਾਂ ਕਿਸ ਇਕਾਂਗੀ ਵਿੱਚੋਂ ਹਨ? ਇਸ ਦਾ ਪਹਿਲਾ ਪ੍ਰਸ਼ਨ ਹੈ, ਇਸ ਦਾ ਉੱਤਰ ਆਵੇਗਾ ਇਹ 17 ਇਕਾਂਗੀ ਮੌਨਧਾਰੀ ਵਿੱਚੋਂ ਹਨ। ਦੂਜਾ ਪ੍ਰਸ਼ਨ ਹੈ, ਇਸ ਵਾਰਤਾਲਾਪ ਵਿੱਚ ਇਹ ਸ਼ਬਦ ਕਿਸਨੇ ਕਿਸ ਨੂੰ ਕਹੇ? ਇਹ ਸ਼ਬਦ ਈਸ਼ਵਰ ਚੰਦਰ ਨੰਦਾ ਦੁਆਰਾ ਲਿਖੀ ਹੋਈ ਇਕਾਂਗੀ ਮੌਨਧਾਰੀ ਵਿੱਚ ਰਾਮ ਪਿਆਰੀ ਨੇ ਆਪਣੇ ਭਾਣਜੇ ਮਦਨ ਨੂੰ ਕਹੇ। ਰਾਮ ਪਿਆਰੀ ਮਦਨ ਨੂੰ ਕਿਵੇਂ ਦਿਲਾਸਾ ਦਿੰਦੀ ਹੈ? ਇਸ ਦਾ ਉੱਤਰ ਆਵੇਗਾ ਰਾਮ ਪਿਆਰੀ ਮਦਨ ਨੂੰ ਦਿਲਾਸਾ ਦਿੰਦੀ ਹੋਈ ਕਹਿੰਦੀ ਹੈ ਕਿ ਉਹ ਉਸ ਨੂੰ ਕੁਝ ਨਹੀਂ ਹੋਣ ਦੇਵੇਗੀ। ਉਸ ਦੇ ਘਰ ਵਿੱਚ ਪੁਲਿਸ ਨਹੀਂ ਆ ਸਕਦੀ, ਇਸ ਲਈ ਉਸ ਨੂੰ ਘਬਰਾਉਣ ਦੀ ਲੋੜ ਨਹੀਂ। ਅਗਲਾ ਪ੍ਰਸ਼ਨ ਹੈ, ਵੀਰਾ ਕਿੱਥੋਂ ਆਉਣ ਵਾਲਾ ਹੈ ਅਤੇ ਉਸ ਦੇ ਆਉਣ 'ਤੇ ਕੀ ਬਣਾਉਣ ਦਾ ਵਿਚਾਰ ਹੈ? ਮਦਨ ਦੀ ਮਾਸੀ ਰਾਮ ਪਿਆਰੀ ਦਾ ਮੁੰਡਾ ਕਿਸ਼ੋਰ ਸਰਕਾਰੀ ਦਫ਼ਤਰ ਵਿੱਚ ਅਸਿਸਟੈਂਟ ਦੀ ਨੌਕਰੀ ਕਰਦਾ ਹੈ। ਉਹ ਦਫ਼ਤਰੋਂ ਛੁੱਟੀ ਕਰਕੇ ਆਉਣ ਵਾਲਾ ਹੈ ਅਤੇ ਉਸ ਦੇ ਆਉਣ 'ਤੇ ਰਾਮ ਪਿਆਰੀ ਵੱਲੋਂ ਦੋਨਾਂ ਨੂੰ ਚਾਹ ਬਣਾ ਕੇ ਪਿਲਾਉਣ ਦਾ ਵਿਚਾਰ ਹੈ। ਅਗਲੀ ਦੇਖੋ ਵਾਰਤਾਲਾਪ ਕੀ ਹੈ।
ਕਚੀਚੀ ਵੱਟ ਕੇ ਬਕ-ਬਕ ਬੰਦ ਕਰ ਬਾਬਾ ਹਰੀ ਚੰਦ ਨੂੰ। ਪਿਤਾ ਜੀ, ਫਿਰ ਉਹ ਗੱਲਾਂ ਮੈਂ ਤੁਹਾਨੂੰ ਕਿੰਨੀ ਵਾਰ ਸਮਝਾ ਚੁੱਕਾ ਹਾਂ। ਇਹਨਾਂ ਪਖੰਡੀਆਂ ਨੂੰ ਮੂੰਹ ਨਾ ਲਾਇਆ ਕਰੋ। ਬੈਠੋ ਬਾਬਾ, ਨਿਕਲੋ ਇੱਥੋਂ। ਇਹ ਸਤਰਾਂ ਕਿਸ ਇਕਾਂਗੀ ਵਿੱਚੋਂ ਲਿੱਤੀਆਂ ਗਈਆਂ ਹਨ? ਇਸ ਦਾ ਉੱਤਰ ਵੀ ਇਹੀ ਹੋਏਗਾ। ਇਹ ਜਿਹੜੀਆਂ ਸਤਰਾਂ ਹਨ, ਇਹ ਲਾਈਨਾਂ ਜਿਹੜੀਆਂ ਹਨ, ਉਹ ਮੌਨਧਾਰੀ ਇਕਾਂਗੀ ਵਿੱਚੋਂ ਲਿੱਤੀਆਂ ਗਈਆਂ ਹਨ। ਇਸ ਵਾਰਤਾਲਾਪ ਵਿੱਚ ਇਹ ਸ਼ਬਦ ਕਿਸ ਨੇ ਕਿਸ ਨੂੰ ਕਹੇ? ਇਹ ਸ਼ਬਦ ਕਿਸ਼ੋਰ ਨੇ ਆਪਣੇ ਪਿਤਾ ਹਰੀ ਚੰਦ ਨੂੰ ਕਹੇ। ਪੁੱਤਰ ਪਿਤਾ ਨੂੰ ਸਮਝਾ ਚੁੱਕਾ ਹੈ, ਯਾਨੀ ਕਿ ਪੁੱਤਰ ਆਪਣੇ ਪਿਤਾ ਹਰੀ ਚੰਦ ਨੂੰ ਕਈ ਵਾਰੀ ਇਹ ਸਮਝਾ ਚੁੱਕਾ ਹੈ ਕਿ ਉਹ ਪਖੰਡੀ ਸਾਧਾਂ ਨੂੰ ਮੂੰਹ ਨਾ ਲਾਇਆ ਕਰੇ। ਇੱਥੇ ਬਾਬਿਆਂ ਨੂੰ ਕੀ ਕਰਨ ਲਈ ਕਿਹਾ ਗਿਆ ਹੈ? ਕਿਸ਼ੋਰ ਪਖੰਡੀ ਬਾਬਿਆਂ ਨੂੰ ਮੂੰਹ ਦਾ ਨਾਂ ਲਾਉਣ ਦੀ ਸਲਾਹ ਦਿੰਦਾ ਹੈ ਅਤੇ ਉਹਨਾਂ ਨੂੰ ਉੱਠ ਕੇ ਘਰੋਂ ਬਾਹਰ ਨਿਕਲਣ ਲਈ ਕਹਿੰਦਾ ਹੈ। ਅਗਲਾ ਦੇਖੋ ਵਾਰਤਾਲਾਪ ਕਿਹੜੀ ਹੈ। ਫੁਰਤੀ ਨਾਲ ਝੋਲੀ ਵਿੱਚੋਂ ਰਿਵੋਲਵਰ ਤਾਣ ਕੇ ਖਬਰਦਾਰ ਹਿੱਲੋ ਮਤ ਦੂਜੇ ਹੱਥ ਨਾਲ ਆਪਣੀ ਨਕਲੀ ਦਾੜੀ ਲਾ ਕੇ ਸੁੱਟ ਦਿੰਦਾ ਹੈ। ਮੈਂ ਇੰਸਪੈਕਟਰ ਦੀਪ ਚੰਦ, ਹਵਲਦਾਰ, ਜਾਣੇ ਨਾ ਪਾਏ ਮੁਲਾਜ਼ਮ। ਇਸ ਦਾ ਪਹਿਲਾ ਪ੍ਰਸ਼ਨ ਆਏਗਾ ਇਹ ਸਤਰਾਂ। ਫਿਰ ਉਹ ਇੱਕ ਪ੍ਰਸ਼ਨ ਆ ਗਿਆ, ਇਸ ਦਾ ਉੱਤਰ ਵੀ ਇਹੀ ਆਏਗਾ ਕਿ ਮੌਨਧਾਰੀ ਦੇ ਵਿੱਚੋਂ ਲਿੱਤੀਆਂ ਗਈਆਂ ਹਨ। ਇਹ ਸ਼ਬਦ ਕਿਸ ਨੇ ਕਿਸ ਨੂੰ ਕਹੇ? ਯਾਨੀ ਕਿ ਇਸ ਵਾਰਤਾਲਾਪ ਅਨੁਸਾਰ ਮਦਨ ਨੂੰ ਕਿਵੇਂ ਖਬਰਦਾਰ ਕੀਤਾ ਗਿਆ? ਇਸ ਵਾਰਤਾਲਾਪ ਅਨੁਸਾਰ ਮਦਨ ਨੂੰ ਖਬਰਦਾਰ ਹਿੱਲੋ ਮਤ ਕਹਿ ਕੇ ਝੋਲੇ ਵਿੱਚੋਂ ਰਿਵੋਲਵਰ, ਝੋਲਾ ਮਤਲਬ ਥੈਲਾ, ਥੈਲੇ ਦੇ ਵਿੱਚੋਂ ਰਿਵੋਲਵਰ ਕੱਢ ਕੇ ਅਤੇ ਉਸ ਉੱਪਰ ਤਾਣ ਕੇ ਖਬਰਦਾਰ ਕੀਤਾ ਗਿਆ। ਹਵਲਦਾਰ ਨੂੰ ਕੀ ਕਰਨ ਲਈ ਕਿਹਾ ਗਿਆ? ਹਵਲਦਾਰ ਨੂੰ ਮੁਲਾਜ਼ਮ ਨੂੰ ਨਾ ਜਾਣ ਦੇਣ ਲਈ ਕਿਹਾ ਗਿਆ। ਮੁਲਜ਼ਮ ਯਾਨੀ ਕਿ ਮਦਨ ਲਾਲ ਨੂੰ। ਜਾਣੇ ਨਾ ਪਾਏ ਮੁਲਜ਼ਮ। ਵਾਰਤਾਲਾਪ ਵਿੱਚ ਇਹ ਸ਼ਬਦ ਕਿਸ ਨੇ ਕਿਸ ਨੂੰ ਕਹੇ? ਈਸ਼ਵਰ ਚੰਦਰ ਨੰਦਾ ਦੁਆਰਾ ਲਿਖੀ ਹੋਈ ਇਕਾਂਗੀ ਮੌਨਧਾਰੀ ਵਿੱਚ ਇਹ ਸ਼ਬਦ ਇੰਸਪੈਕਟਰ ਦੀਪ ਚੰਦ ਨੇ ਹਵਾਲਦਾਰ ਨੂੰ ਕਹੇ। ਉਸ ਤੋਂ ਬਾਅਦ ਆਉਣਗੇ, ਯਾਨੀ ਕਿ ਇਸ ਇਕਾਂਗੀ ਦੇ ਵਿੱਚ ਜਿਹੜੇ ਜਿਹੜੇ ਪਾਤਰਾਂ ਨੇ ਕੰਮ ਕੀਤਾ ਸੀ ਉਹਨਾਂ ਦਾ ਪਾਤਰ ਚਿੱਤਰਨ। ਇਸ ਦੀ ਵੀਡੀਓ ਤੁਸੀਂ ਅਗਲੇ ਪਾਰਟ ਦੇ ਵਿੱਚ ਦੇਖੋਗੇ। ਬੱਚਿਓ, ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਅਤੇ ਸਬਸਕ੍ਰਾਈਬ ਜ਼ਰੂਰ ਕਰਨਾ।